ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੀ ਗੱਲ ਦੇ ਵਿੱਚ। 17 ਅਗਸਤ 1947 ਨੂੰ ਭਾਰਤ ਦੀ ਵੰਡ ਤੋਂ ਬਾਅਦ ਰੈੱਡ ਕਲਿਫ ਲਾਈਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਮਾ ਵਜੋਂ ਘੋਸ਼ਿਤ ਕੀਤਾ ਗਿਆ ਸੀ। ਲਾਈਨ ਦਾ ਨਾਮ ਸਰ ਸਿਰਲ ਰੈੱਡਕਲਿਫ ਦੇ ਨਾਮ ਤੇ ਰੱਖਿਆ ਗਿਆ ਹੈ, ਜਿਸ ਨੂੰ 88 ਮਿਲੀਅਨ ਲੋਕਾਂ ਦੇ ਨਾਲ 4,50,000 ਕਿਲੋਮੀਟਰ ਵਰਗ ਖੇਤਰ ਨੂੰ ਬਰਾਬਰ ਵੰਡਣ ਲਈ ਨਿਯੁਕਤ ਕੀਤਾ ਗਿਆ ਸੀ। ਰੈੱਡਕਲਿਫ ਲਾਈਨ ਦੇ ਪਿੱਛੇ ਵਿਚਾਰ ਇੱਕ ਸੀਮਾ ਬਣਾਉਣਾ ਸੀ ਜੋ ਭਾਰਤ ਨੂੰ ਧਾਰਮਿਕ ਜਨਸੰਖਿਆ ਦੇ ਨਾਲ ਵੰਡੇਗਾ, ਜਿਸ ਦੇ ਤਹਿਤ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਪਾਕਿਸਤਾਨ ਦੇ ਨਵੇਂ ਰਾਸ਼ਟਰ ਦਾ ਹਿੱਸਾ ਬਣ ਜਾਣਗੇ ਅਤੇ ਹਿੰਦੂ ਅਤੇ ਸਿੱਖ ਬਹੁਗਿਣਤੀ ਵਾਲੇ ਸੂਬੇ ਭਾਰਤ ਵਿੱਚ ਰਹਿਣਗੇ। ਯੂਨਾਈਟਿਡ ਕਿੰਗਡਮ ਦੀ ਪਾਰਲੀਮੈਂਟ ਦਾ ਭਾਰਤੀ ਸੁਤੰਤਰਤਾ ਐਕਟ 1947 ਜੋ ਕਿ 15 ਜੁਲਾਈ 1947 ਨੂੰ ਲਾਗੂ ਹੋਇਆ ਸੀ, ਉਸਨੇ ਕਿਹਾ ਕਿ ਭਾਰਤ ਉਸ ਤੋਂ ਠੀਕ 1 ਮਹੀਨੇ ਬਾਅਦ 15 ਅਗਸਤ 1947 ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋ ਜਾਵੇਗਾ। ਇਹ ਐਕਟ ਬ੍ਰਿਟਿਸ਼ ਭਾਰਤ ਦੇ ਪ੍ਰਾਂਤਾਂ ਦੀ ਭਾਰਤ ਯੂਨੀਅਨ ਅਤੇ ਪਾਕਿਸਤਾਨ ਦੇ ਡੋਮੀਨੀਅਨ ਦੇ ਦੋ ਨਵੇਂ ਦੇਸ਼ਾਂ ਵਿੱਚ ਵੰਡ ਤੇ ਵੀ ਸਹਿਮਤ ਹੋਇਆ ਸੀ। ਪਾਕਿਸਤਾਨ ਦਾ ਇਰਾਦਾ ਭਾਰਤੀ ਮੁਸਲਮਾਨਾਂ ਲਈ ਇੱਕ ਹੋਮਲੈਂਡ ਹੋਣਾ ਸੀ ਅਤੇ ਹਿੰਦੂ ਬਹੁਗਿਣਤੀ ਵਾਲਾ ਭਾਰਤ ਇੱਕ ਧਰਮ ਨਿਰਪੱਖ ਰਾਸ਼ਟਰ ਹੋਣਾ ਸੀ। ਵੰਡ ਤੋਂ ਪਹਿਲਾਂ ਭਾਰਤ ਦਾ 40% ਹਿੱਸਾ ਰਿਆਸਤਾਂ ਦੁਆਰਾ ਕਵਰ ਕੀਤਾ ਗਿਆ ਸੀ ਜੋ ਬ੍ਰਿਟਿਸ਼ ਸੰਪਤੀ ਨਹੀਂ ਸਨ ਅਤੇ ਇਸ ਲਈ ਬ੍ਰਿਟਿਸ਼ ਭਾਰਤ ਦਾ ਹਿੱਸਾ ਨਹੀਂ ਸਨ। ਇਸ ਲਈ ਅੰਗਰੇਜ਼ ਨਾ ਤਾਂ ਉਹਨਾਂ ਨੂੰ ਆਜ਼ਾਦੀ ਦੇ ਸਕੇ ਅਤੇ ਨਾ ਹੀ ਉਹਨਾਂ ਦੀ ਵੰਡ ਕਰ ਸਕੇ। ਇਸ ਲਈ ਇਹਨਾਂ ਰਾਜਾਂ ਦੇ ਸ਼ਾਸਕ ਪੂਰੀ ਤਰ੍ਹਾਂ ਸੁਤੰਤਰ ਸਨ ਅਤੇ ਉਹਨਾਂ ਨੂੰ ਇਹ ਚੁਣਨਾ ਸੀ ਕਿ ਉਹ ਦੋ ਕੌਮਾਂ ਵਿੱਚੋਂ ਕਿਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਜਾਂ ਜੇਕਰ ਉਹ ਸੁਤੰਤਰ ਰਹਿਣਾ ਚਾਹੁੰਦੇ ਸਨ। ਹਾਲਾਂਕਿ ਸਾਰੇ ਸ਼ਾਸਕਾਂ ਨੇ ਤੇਜ਼ੀ ਨਾਲ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਪਰ ਬਹੁਤ ਘੱਟ ਗਿਣਤੀ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਭਾਰਤ ਦੀ ਵੰਡ ਧਾਰਮਿਕ ਜਨਸੰਖਿਆ ਦੇ ਆਧਾਰ ਤੇ ਕੀਤੀ ਗਈ ਸੀ। ਇਸ ਲਈ ਭਾਰਤ ਦੇ ਉੱਤਰ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਨੂੰ ਪਾਕਿਸਤਾਨ ਦਾ ਹਿੱਸਾ ਬਣਨਾ ਸੀ। ਬਲੋਚਿਸਤਾਨ ਅਤੇ ਸਿੰਧ, ਜਿਨ੍ਹਾਂ ਵਿੱਚ ਸਪਸ਼ਟ ਮੁਸਲਿਮ ਬਹੁਗਿਣਤੀ ਸੀ, ਆਪਣੇ ਆਪ ਪਾਕਿਸਤਾਨ ਦਾ ਹਿੱਸਾ ਬਣ ਗਏ। ਚੁਣੌਤੀ ਹਾਲਾਂਕਿ ਪੰਜਾਬ ਅਤੇ ਬੰਗਾਲ ਦੇ ਦੋ ਸੂਬਿਆਂ ਵਿੱਚ ਸੀ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਬਹੁਮਤ ਨਹੀਂ ਸੀ। ਆਖਿਰਕਾਰ ਪੰਜਾਬ ਦਾ ਪੱਛਮੀ ਹਿੱਸਾ ਪੱਛਮੀ ਪਾਕਿਸਤਾਨ ਦਾ ਹਿੱਸਾ ਬਣ ਗਿਆ ਅਤੇ ਪੂਰਬੀ ਹਿੱਸਾ ਭਾਰਤ ਦਾ ਹਿੱਸਾ ਬਣ ਗਿਆ। ਬੰਗਾਲ ਰਾਜ ਨੂੰ ਵੀ ਪੂਰਬੀ ਬੰਗਾਲ ਅਤੇ ਪੱਛਮੀ ਬੰਗਾਲ ਵਿੱਚ ਵੰਡਿਆ ਗਿਆ, ਜੋ ਭਾਰਤ ਵਿੱਚ ਹੀ ਰਿਹਾ। ਆਜ਼ਾਦੀ ਤੋਂ ਬਾਅਦ ਉੱਤਰੀ ਪੱਛਮੀ ਸਰਹੱਦੀ ਸੂਬੇ ਨੇ ਪਾਕਿਸਤਾਨ ਵਿੱਚ ਸ਼ਾਮਲ ਹੋਣ ਦੇ ਫੈਸਲੇ ਨਾਲ ਵੋਟ ਦਿੱਤੀ। ਕਿਉਂਕਿ ਪੰਜਾਬ ਦੀ ਆਬਾਦੀ ਖਿੰਡਰੀ ਹੋਈ ਸੀ, ਇਸ ਲਈ ਅਜਿਹੀ ਲਕੀਰ ਖਿੱਚਣੀ ਔਖੀ ਸੀ ਜੋ ਸਪਸ਼ਟ ਤੌਰ ਤੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵੰਡਦੀ ਸੀ। ਇਸੇ ਤਰ੍ਹਾਂ ਜਿਨਾਹ ਦੀ ਅਗਵਾਈ ਵਾਲੀ ਮੁਸਲਿਮ ਲੀਗ ਅਤੇ ਨਾ ਹੀ ਨਹਿਰੂ ਅਤੇ ਸਰਦਾਰ ਪਟੇਲ ਦੀ ਅਗਵਾਈ ਵਾਲੀ ਕਾਂਗਰਸ ਦੁਆਰਾ ਖਿੱਚੀ ਗਈ ਕੋਈ ਲਾਈਨ ਦਾ ਸਮਰਥਨ ਕੀਤਾ ਗਿਆ। ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ ਇੱਕ ਚੰਗੀ ਤਰ੍ਹਾਂ ਖਿੱਚੀ ਗਈ ਲਕੀਰ ਦੀ ਲੋੜ ਸੀ ਜੋ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਤੋਂ ਵੱਖ ਕਰਨ ਨੂੰ ਘਟਾ ਦੇਵੇਗੀ, ਨਾਲ ਹੀ ਉਹਨਾਂ ਲੋਕਾਂ ਦੀ ਗਿਣਤੀ ਨੂੰ ਵੀ ਘਟਾ ਦੇਵੇਗੀ ਜਿਨ੍ਹਾਂ ਨੂੰ ਦੇਸ਼ ਬਦਲਣਾ ਪਵੇਗਾ। ਫਰਵਰੀ 1947 ਵਿੱਚ ਲਾਰਡ ਮਾਊਂਟਬੈਟਨ ਦੀ ਥਾਂ ਲੈਣ ਤੋਂ ਪਹਿਲਾਂ ਭਾਰਤ ਦੇ ਵਾਇਸਰਾਏ ਲਾਰਡ ਵੇਵਲ ਦੁਆਰਾ ਪਹਿਲਾਂ ਹੀ ਇੱਕ ਮੋਟੇ ਤੌਰ ਤੇ ਸੀਮਾ ਖਿੱਚੀ ਜਾ ਚੁੱਕੀ ਸੀ। ਜੂਨ 1947 ਵਿੱਚ ਬਰਤਾਨੀਆ ਨੇ ਸਰ ਸਿਰਲ ਰੈੱਡਕਲਿਫ ਨੂੰ ਦੋ ਬਾਉਂਡਰੀ ਕਮਿਸ਼ਨਾਂ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਇਹ ਨਿਰਧਾਰਤ ਕਰਨ ਲਈ ਕਿ ਕਿਹੜੇ ਪ੍ਰਦੇਸ਼ ਕਿਸ ਰਾਸ਼ਟਰ ਨੂੰ ਦਿੱਤੇ ਜਾਣਗੇ। ਸੀਮਾ ਕਮਿਸ਼ਨ ਨੂੰ ਪੰਜਾਬ ਵਿੱਚ ਧਾਰਮਿਕ ਬਹੁਗਿਣਤੀ ਦੇ ਆਧਾਰ ਤੇ ਖੇਤਰਾਂ ਦੀ ਹੱਦਬੰਦੀ ਕਰਨ ਲਈ ਕਿਹਾ ਗਿਆ ਸੀ। ਸੀਮਾ ਨੂੰ ਪਰਿਭਾਸ਼ਿਤ ਕਰਦੇ ਸਮੇਂ ਰੈੱਡਕਲਿਫ ਨੇ ਸਮਾਜਿਕ ਰਾਜਨੀਤਿਕ ਮਾਮਲਿਆਂ ਤੇ ਧਿਆਨ ਦਿੰਦੇ ਹੋਏ ਕੁਦਰਤੀ ਸੀਮਾਵਾਂ, ਸੰਚਾਰ, ਵਾਟਰ ਕੋਰਸ ਅਤੇ ਸਿੰਚਾਈ ਪ੍ਰਣਾਲੀਆਂ ਨੂੰ ਵੀ ਧਿਆਨ ਵਿੱਚ ਰੱਖਿਆ। ਹਰੇਕ ਸੀਮਾ ਕਮਿਸ਼ਨ ਵਿੱਚ 4 ਪ੍ਰਤੀਨਿਧੀ ਸਨ, 2 ਕਾਂਗਰਸ ਦੇ ਅਤੇ 2 ਮੁਸਲਿਮ ਲੀਗ ਦੇ, ਅਤੇ ਦੋਵਾਂ ਵਿਚਕਾਰ ਤਣਾਅ ਨੂੰ ਦੇਖਦੇ ਹੋਏ ਸੀਮਾ ਬਾਰੇ ਫੈਸਲਾ ਅੰਤ ਵਿੱਚ ਰੈੱਡਕਲਿਫ ਕੋਲ ਸੀ। ਰੈੱਡਕਲਿਫ 8 ਜੁਲਾਈ 1947 ਨੂੰ ਭਾਰਤ ਆਇਆ ਅਤੇ ਉਸ ਨੂੰ ਸਰਹੱਦ ਤੇ ਕੰਮ ਕਰਨ ਲਈ 5 ਹਫ਼ਤੇ ਦਿੱਤੇ ਗਏ। ਮਾਊਂਟਬੈਟਨ ਨਾਲ ਮਿਲਣ ਤੋਂ ਬਾਅਦ ਰੈੱਡਕਲਿਫ ਨੇ ਆਪਣੇ ਸੀਮਾ ਕਮਿਸ਼ਨ ਦੇ ਮੈਂਬਰਾਂ ਨੂੰ ਮਿਲਣ ਲਈ ਲਾਹੌਰ ਅਤੇ ਕੋਲਕਾਤਾ ਦੀ ਯਾਤਰਾ ਕੀਤੀ, ਜੋ ਮੁੱਖ ਤੌਰ ਤੇ ਜਵਾਹਰ ਲਾਲ ਨਹਿਰੂ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਸਨ ਅਤੇ ਮੁਹੰਮਦ ਅਲੀ ਜਿਨਾਹ ਮੁਸਲਿਮ ਲੀਗ ਦੀ ਨੁਮਾਇੰਦਗੀ ਕਰ ਰਹੇ ਸਨ। ਦੋਵੇਂ ਧਿਰਾਂ ਇੱਛੁਕ ਸਨ ਕਿ ਅੰਗਰੇਜ਼ਾਂ ਦੇ ਭਾਰਤ ਛੱਡਣ ਦੇ ਸਮੇਂ ਵਿੱਚ 15 ਅਗਸਤ 1947 ਤੱਕ ਸੀਮਾ ਨੂੰ ਅੰਤਿਮ ਰੂਪ ਦਿੱਤਾ ਜਾਵੇ, ਜਿਵੇਂ ਕਿ ਨਹਿਰੂ ਅਤੇ ਜਿਨਾਹ ਦੋਵਾਂ ਦੁਆਰਾ ਬੇਨਤੀ ਕੀਤੀ ਗਈ ਸੀ। ਰੈੱਡਕਲਿਫ ਨੇ ਆਜ਼ਾਦੀ ਤੋਂ ਕੁਝ ਦਿਨ ਪਹਿਲਾਂ ਸੀਮਾ ਰੇਖਾ ਪੂਰੀ ਕੀਤੀ ਸੀ, ਪਰ ਕੁਝ ਰਾਜਨੀਤਿਕ ਕਾਰਨਾਂ ਕਰਕੇ ਰੈੱਡਕਲਿਫ ਲਾਈਨ ਦਾ ਰਸਮੀ ਤੌਰ ਤੇ ਆਜ਼ਾਦੀ ਤੋਂ 2 ਦਿਨ ਬਾਅਦ 17 ਅਗਸਤ 1947 ਨੂੰ ਖੁਲਾਸਾ ਹੋਇਆ ਸੀ। ਇਤਿਹਾਸ ਤੋਂ ਜੁੜੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।